ਆ ਜਿਹੜਾ इतना बड़ा सेटअप नज़र आ रहा है बेसिकली ये अंदर कॉन्सैप्ट आ सी कि एक चुंबा अगर लाओ तो वो इतनी एफिशिएंसी बेहतर नहीं होंगी। ਨੂੰ ਲਾਸਟ ਈਅਰ ਬਹੁਤ ਵੱਡਾ ਮਸਲਾ ਆਇਆ ਕਿ ਧੁੰਦਾਂ ਪਈਆਂ ਤੇ ਸਾਡਾ ਜਿਹੜਾ ਚੂਰਾ ਹੈ ਪਿੱਛੇ ਤੁਹਾਡੇ ਚੱਲਦਾ ਨਜ਼ਰ ਆਏਗਾ, ਪੂਰਾ ਇੱਕ ਸਿਸਟਮ ਡਿਸਟਰਬ ਹੋ ਰਿਹਾ ਸੀ। ਇਹਦੇ ਅੰਦਰ ਬਹੁਤ ਜ਼ਿਆਦਾ ਤਾਵਨ ਲੋਕਲ ਇੰਡਸਟਰੀ ਦਾ ਹੈ, ਮੇਰੇ ਦੋਸਤ ਅਹਿਬਾਬ ਦਾ ਹੈ ਸਰ ਲੱਗਾ ਹੋਇਆ, ਮਗਰ ਇੱਕ ਕੰਪਰੀਹੈਂਸਿਵ ਜਿਹੜਾ ਹੈ। अस्सलाम वालेकुम जी। लो जी दोस्तों, रंधावा व्लॉग यूट्यूब चैनल ते खुश आमदीद। हाँ जी, उम्मीद करते तमाम दो ठीक ठाक होणगे। लो जी दोस्तों, असीं मौजूद हैं गोजरे के इलाके के अंदर और मिनी शुगर मिल माशाल्लाह चल रही आ। और अगे मैं 2 दफ़ा वीडियो बनाई तो इन्हों के मालक साहब नाल नहीं राबता हो सकिया और अज इन्हों नाल राबता होया। अज असीं आए हाँ और इन्हों के जिहड़ा सिस्टम के मालक ने मेन उन्होंने नाल गलबात करते हैं कि सिस्टम की कितनी लागत आई और किद्दां ये सिस्टम लाया, की इहदा हिसाब किताब आ, मुकम्मल गलबात करते हैं। अस्सलाम वालेकुम जी। वालेकुम अस्सलाम रहमतुल्लाह। जनाब की हाल ने जी? ठीक ठाक, शुक्र अल्लाह पाक दा जी। सर सब तो पहले तो अपना थोड़ा जिहा तारफ करवाओ साढ़े दोस्तों को। जी मेरा नाम मोहम्मद उस्मान बशीर है। बेसिकली मैं इस्लामाबाद हूँ। मेरी आबाई ज़मीन हैगी इत्थे दे पैदाइश तो नहीं मगर बाबे दादे सारे इधर दे ने। गाँव की एक मुहब्बत वो वजह तो इत्थे का सैटअप छोटा जल्ला है। सही। अच्छा समान साहब, जिहड़ा सैटअप लाया वा ये कितनी देर तो चला रहे जे? सर अगर तुसी आ कहो कि कितनी देर तो चला रहे हैं तो आ साडा चौथा साल है। चौथा साल। मगर इस जिहड़ी आ हुण शक्ल हैगी है आ पहला सीजन है जी साडा। सही। अच्छा समान साहब, कित्थों तुहानूं आइडिया आया सिस्टम लाउण दा? सर ਇਹਦਾ ਆਈਡੀਆ ਫਰੈਂਕਲੀ ਸਪੀਕਿੰਗ ਆ ਸੀ ਕਿ ਅਸੀਂ ਤੇ ਨਾਰਮਲ ਇੱਕ ਸੋਚ ਆ ਸੀ ਕਿ ਜੋ ਸਾਡੇ ਬਜ਼ੁਰਗਾਂ ਦੀ ਤਰੀਕੇਕਾਰ ਸਨ ਉਹਨੂੰ ਦੁਬਾਰਾ ਸ਼ੁਰੂ ਕੀਤਾ ਜਾਏ। ਲਾਈਕ ਪਹਿਲੇ ਜ਼ਮਾਨੇ 'ਚ ਗੁੜ ਇਸਤੇਮਾਲ ਹੁੰਦੀ ਸੀ, ਸ਼ੱਕਰ ਇਸਤੇਮਾਲ ਹੁੰਦੀ ਸੀ, ਉਹ ਆਹਿਸਤਾ ਆਹਿਸਤਾ ਬਤਦਰੀਜ ਖਤਮ ਹੋ ਗਈ। ਆ ਸੋਚੀ ਕਿ ਉਹ ਦੁਬਾਰਾ ਸ਼ੁਰੂ ਕੀਤੀ ਜਾਏ। ਇਸ ਵਾਸਤੇ ਸ਼ੁਰੂ ਕੀਤਾ ਸੀ। ਫਿਰ ਉਹਦੇ ਅੰਦਰ ਜਿਉਂ-ਜਿਉਂ ਸੇ ਸਾਨੂੰ ਮਸਲੇ ਮਸਾਇਲ ਆਏ, ਜੋ ਚੈਲੰਜਸ ਆਏ, ਥੋੜ੍ਹਾ ਜਿਹਾ ਕਿ ਕੋਈ ਪੜ੍ਹੇ ਲਿਖੇ ਹੋਣ ਦਾ ਫਾਇਦਾ ਹੋਇਆ ਕਿ ਜਿਉਂ-ਜਿਉਂ ਅਸੀਂ ਉਹਨੂੰ ਬਿਹਤਰੀ ਕਰਨ ਵਾਸਤੇ ਫਿਰ ਆਹਿਸਤਾ ਆਹਿਸਤਾ ਇੰਪਰੂਵਮੈਂਟ ਕੀਤੀ ਗਈ ਹੈ। ਆ ਜਿਹੜਾ इतना बड़ा सेटअप नज़र आ रहा है बेसिकली ਇਹਦੇ ਅੰਦਰ ਕਨਸੈਪਟ ਆ ਸੀ ਕਿ ਇੱਕ ਚੁੰਬਾ ਅਗਰ ਲਾਓ ਤੇ ਉਹਦੀ ਇਤਨੀ ਐਫੀਸ਼ੀਐਂਸੀ ਬਿਹਤਰ ਨਹੀਂ ਹੁੰਦੀ। ਫਿਰ ਅਸੀਂ ਇਹਨੂੰ ਵਧਾ ਕੇ 3 ਚੁੰਬੇ ਕਰਤੇ। ਫਿਰ ਉਹਦੇ ਬਾਅਦ ਸਾਨੂੰ ਲਾਸਟ ਈਅਰ ਬਹੁਤ ਵੱਡਾ ਮਸਲਾ ਆਇਆ ਕਿ ਧੁੰਦਾਂ ਪਈਆਂ ਤੇ ਸਾਡਾ ਜਿਹੜਾ ਚੂਰਾ ਹੈ ਪਿੱਛੇ ਤੁਹਾਡੇ ਚੱਲਦਾ ਨਜ਼ਰ ਆਏਗਾ ਆ ਖੁਸ਼ਕ ਨਹੀਂ ਹੋ ਰਿਹਾ ਸੀ ਤੇ ਸਾਡੀ ਪੂਰਾ ਇੱਕ ਸਿਸਟਮ ਡਿਸਟਰਬ ਹੋ ਰਿਹਾ ਸੀ। ਉਹਦੇ ਵਾਸਤੇ ਫਿਰ ਮੈਂ ਸਟੱਡੀ ਕੀਤਾ, ਨੈੱਟ ਤੇ ਦੇਖਿਆ, ਕੁਝ ਦੋਸਤ ਅਹਿਬਾਬ ਨੇ ਮੈਕੈਨੀਕਲ ਇੰਜੀਨੀਅਰ ਉਹਨਾਂ ਨਾਲ ਡਿਸਕਸ ਕੀਤਾ, ਕੁਛ ਇੱਕ ਅੱਧ ਜਗ੍ਹਾ ਤੇ ਵਿਜ਼ਿਟ ਕੀਤਾ ਤੇ ਆ ਡਰਾਇਰ ਦਾ ਕਨਸੈਪਟ ਉੱਥੋਂ ਡਿਵੈਲਪ ਮੈਂ ਕੀਤਾ। ਫਿਰ ਇਹਦਾ ਮਕੈਨੀਕਲ ਇੱਕ ਇੰਜੀਨੀਅਰ ਨੇ ਮੇਰੇ ਦੋਸਤ ਉਹਨਾਂ ਨਾਲ ਫਿਰ ਇੱਕ ਸਟਰਕਚਰ ਡਿਜ਼ਾਈਨ ਇਹਦਾ ਬਣਾਇਆ, ਫਿਰ ਉਹਨੂੰ ਇੰਪਲੀਮੈਂਟ ਕੀਤਾ ਤੇ ਲੋਕਲੀ ਇੰਡਸਟਰੀ ਤੋਂ ਤੇ ਆ ਇੱਕ ਉਹਦੀ ਹੁਣ ਆ ਸ਼ਕਲ ਇੱਕ ਬਾਹਰ ਨਜ਼ਰ ਆ ਰਹੀ ਹੈ। ਇਹਦੇ ਅੰਦਰ ਬਹੁਤ ਜ਼ਿਆਦਾ ਤਾਵਨ ਲੋਕਲ ਇੰਡਸਟਰੀ ਦਾ ਹੈ, ਮੇਰੇ ਦੋਸਤ ਅਹਿਬਾਬ ਦਾ ਹੈ ਤੇ ਅੱਲਾ ਮੀਆਂ ਦੀ ਇਹਦੇ 'ਚ ਮਿਹਰਬਾਨੀ ਹੈ। ਅੱਛਾ ਸਰ, ਇੰਜ ਦਾ ਸਿਸਟਮ ਕਿਤੇ ਪਾਕਿਸਤਾਨ ਦੇ ਵਿੱਚ ਪਹਿਲੇ ਵੀ ਲੱਗਾ ਦੇਖਿਆ ਤੁਸੀਂ? ਸਰ ਲੱਗਾ ਹੋਇਆ ਮਗਰ ਇੱਕ ਕੰਪਰੀਹੈਂਸਿਵ ਜਿਹੜਾ ਹੈ ਬਹੁਤ ਘੱਟ ਹੈ। ਸਰ ਜਿਹਦਾ ਪੂਰਾ ਰਿਜ਼ਲਟ ਹੋਵੇ? ਪੂਰਾ ਰਿਜ਼ਲਟ ਮਤਲਬ ਮੈਂ ਆਹੀ ਕਹਾਂਗਾ ਕਿ ਜੀ ਅਸੀਂ ਅਗਰ ਪਹਿਲੇ ਨਹੀਂ ਤੇ ਪਹਿਲੇ ਵਾਲਿਆਂ 'ਚ ਜ਼ਰੂਰ ਹੈਗੇ ਹਾਂ। ਇੱਕ ਅੱਧ ਜਗ੍ਹਾ ਤੇ ਆ ਸਿਸਟਮ ਦੇਖਿਆ ਸਰ। ਅੱਛਾ ਸਰ, ਜਦੋਂ ਅਸੀਂ ਪਹਿਲੀ ਦਫਾ ਆਏ ਸੀ ਬੜੀ ਲੋਕ ਕੇ ਵੀਡੀਓ ਬਣਾ ਕੇ ਗਏ ਸੀ। ਹਾਂਜੀ। ਤੇ ਤੁਸੀਂ ਜਿਹੜਾ ਮੁੜ ਕੇ ਆਪਣੇ ਮੁਲਾਜ਼ਮਾਂ ਨੂੰ ਮਨਾ ਵੀ ਕੀਤਾ, ਦੁਬਾਰਾ ਅਸੀਂ ਆਏ ਫਿਰ ਵੀਡੀਓ ਇੰਜੀ ਬਣਾਈ ਤੇ ਵੀਡੀਓ ਦੇ ਨਾਲ ਤੁਹਾਨੂੰ ਕੀ ਫਰਕ ਉਹਦਾ ਫੀਡਬੈਕ ਮਿਲਿਆ ਕਿ ਤਾਂ ਕਿ ਤੁਸੀਂ ਆਪ ਅੱਜ ਖੁਸ਼ ਹੋ ਕੇ ਵੀਡੀਓ ਬਣਵਾ ਰਹੇ ਜੇ? ਸਰ ਐਕਚੁਅਲੀ ਇਸ਼ੂ ਆ ਸੀ ਕਿ ਸਾਡਾ ਨਵਾਂ ਸੈਟਅਪ ਸੀ। ਕੋਸ਼ਿਸ਼ ਆ ਸੀ ਕਿ ਇੱਕ ਦਫਾ ਪ੍ਰੋਪਰ ਚੱਲ ਜਾਏ ਫਿਰ ਤੁਹਾਨੂੰ ਮਦੂ ਕੀਤਾ ਜਾਏ, ਤੁਹਾਨੂੰ ਇਨਵਾਈਟ ਕੀਤਾ ਜਾਏ, ਤੁਹਾਨੂੰ ਆ ਵੀਡੀਓ ਦਿਖਾਈ ਜਾਏ। ਇਸ ਵਾਸਤੇ ਕਿਉਂਕਿ ਮੈਂ ਅਗਰ ਖੁੱਲ੍ਹ ਕੇ ਗੱਲ ਕਰ ਰਿਹਾ ਆਲਦੋ ਕਿ ਸੋਸ਼ਲ ਮੀਡੀਆ ਮੈਂ ਕੌਨਫੀਡੈਂਟ ਨਹੀਂ ਸਾਂ ਕਿ ਜੋ ਮੈਂ ਇਤਨੀ ਐਫਰਟ ਕਰ ਰਿਹਾ ਕਿ ਰਿਜ਼ਲਟ ਆਏਗਾ ਵੀ ਕਿ ਨਹੀਂ। ਇਸ ਵਾਸਤੇ ਥੋੜ੍ਹਾ ਜਿਹਾ ਮੈਂ ਉਸ ਟਾਈਮ ਆਪ ਹੀ ਵੀ ਰੁਕਿਆ ਹੋਇਆ ਸੀ, ਇਹਨਾਂ ਨੂੰ ਵੀ ਰੋਕਿਆ ਸੀ ਕਿ ਨਹੀਂ ਯਾਰ ਚੱਲ ਜਾਏ ਫਿਰ ਅਸੀਂ ਕਰਾਂਗੇ। ਸਹੀ। ਤੇ ਉਹ ਅਗਰ ਤੁਹਾਡੀ ਮੈਂ ਰਿਲੇਟ ਕਰਨਾ ਪੁਰਾਣੀ ਵੀਡੀਓ ਦੇ 'ਚ ਆ ਸਿਸਟਮ ਨਹੀਂ ਚੱਲ ਰਿਹਾ ਸੀ, ਠੀਕ ਹੈ, ਆ ਵਜ੍ਹਾ ਸੀ। ਫਿਰ ਮਾਸ਼ਾਅੱਲਾ ਕੁਝ ਦਿਨ ਪਹਿਲੇ ਵੀਡੀਓ ਬਣੀ, ਬਹੁਤ ਅੱਛਾ ਸਾਰੀ ਦੋਸਤਾਂ ਭਰਾਵਾਂ ਨੇ ਇਹਦਾ ਰਿਸਪੌਂਸ ਦਿੱਤਾ, ਤਾਰੀਫ ਕੀਤੀ ਬਹੁਤਾਂ ਨੇ। ਕੁਝ ਨੇ ਸਾਨੂੰ ਇੰਪਰੂਵ ਕਰਨ ਵਾਸਤੇ ਕੁਝ ਉਹਦੇ ਅੰਦਰ ਪੁਆਇੰਟਸ ਦੱਸੇ ਜੋ ਅਸੀਂ ਇਨਸ਼ਾਅੱਲਾ ਬੜਾ ਉਹਨਾਂ ਦੀ ਮਿਹਰਬਾਨੀ ਕਿ ਉਹਨਾਂ ਨੇ ਸਾਨੂੰ ਦੱਸੇ ਨੇ, ਉਹਨੂੰ ਅਸੀਂ ਫਰਦਰ ਇੰਪਰੂਵ ਕਰਾਂਗੇ ਕਿਉਂਕਿ ਭਰਾਵਾਂ ਦੀ ਇਨਪੁਟ ਹੈ ਤੇ ਉਹਦੇ ਨਾਲ ਅਸੀਂ ਇੰਪਰੂਵ ਕਰ ਸਕਦੇ ਹਾਂ। ਤੇ ਸਾਨੂੰ ਮੈਂ ਤੇ ਆ ਤੁਹਾਡਾ ਸ਼ੁਕਰੀਆ ਵੀ ਅਦਾ ਕਰਾਂਗਾ ਕਿ ਤੁਸੀਂ ਆਏ ਤੇ ਇਹਦੀ ਵੀਡੀਓ ਬਣਾਈ। ਤੇ ਫਿਰ ਇਹਦੇ ਅੰਦਰ ਇੱਕ ਹੋਰ ਪੁਆਇੰਟ ਕਿ ਸੋਸ਼ਲ ਮੀਡੀਆ ਦੀ ਪਾਵਰ ਦਾ ਅਹਿਸਾਸ
ਪ੍ਰੈਕਟੀਕਲ ਪਹਿਲੇ ਮੈਨੂੰ ਨਹੀਂ ਸੀ, ਹੁਣ ਹੋਇਆ। ਅੱਛਾ ਸਰ, ਇੱਥੋਂ ਸ਼ੁਰੂ ਹੋ ਜਾਈਏ ਆਪਣੇ ਸਿਸਟਮ ਦੇ ਬਾਰੇ। ਸਭ ਤੋਂ ਪਹਿਲੇ ਸਾਨੂੰ ਵੇਲਣੇ ਦੇ ਬਾਰੇ ਦੱਸੋ ਵੀ ਇਹ ਵੇਲਣਾ ਕਿਹੜੀ ਕੰਪਨੀ ਦਾ ਵਾ ਔਰ ਇਹਦਾ ਸਾਈਜ਼ ਕੀ ਜੇ। ਬੇਸਿਕਲੀ ਜੀ ਆ ਕਮਰਸ਼ੀਅਲ ਵੇਲਣਾ ਹੈ, ਕੰਪਨੀ ਇਹਦੀ ਕਰਾਊਨ ਹੈਗੀ ਏ, ਇਹਨੂੰ ਛਬੀਆ ਵੇਲਣਾ ਕਹਿੰਦੇ ਨੇ। ਆ ਛਬੀਆ ਵੇਲਣਾ ਲੱਗਾ ਹੋਇਆ ਹੈ, ਆ ਹੈ ਜੀ ਇਹਦੀ ਇਹ ਵੀ ਡਿਟੇਲ ਇਸ ਦਫਾ ਹੀ ਲਾਇਆ ਵਾ ਜੀ। ਆ ਇਸ ਦਫਾ ਹੀ ਲਾਇਆ। ਇਹਦੀ ਕਿੰਨੀ ਕਪੈਸਿਟੀ ਦਿਹਾੜੀ 'ਚ ਕਿੰਨਾ ਗੰਨਾ ਪੀਟ ਜਾਂਦਾ ਏ? 300-400 ਮਣ ਬੜੇ ਸੌਖਾ ਪੀਸ ਜਾਂਦਾ ਸਹੀ। ਇਹ ਤੁਹਾਡਾ ਰੋ ਪੂਰੀ ਕਰੀ ਜਾਂਦਾ ਅੱਗੋਂ? ਜੀ, ਕਰ ਰਿਹਾ ਸਹੀ। ਇਹ ਇਸ ਦਫਾ ਹੀ ਨਵਾਂ ਲਿਆ ਵਾ ਜੀ। ਇਹਦਾ ਕੀ ਰਿਜ਼ਲਟ ਸਹੀ ਚੱਲਦਾ ਵਾ? ਅਲਹਮਦੁਲਿਲਾ ਅੱਛਾ ਜੀ। ਸਹੀ। ਅੱਛਾ ਸਰ, ਜਿਹੜੀ ਨਾਲ ਆ ਪੁਲੀ ਲਾਈ ਆ ਇਹ ਤੁਸੀਂ ਆਪ ਡਿਜ਼ਾਈਨ ਕਰਵਾਈ ਆ? ਜੀ ਆ ਸਾਰਾ ਮੈਂ ਦੱਸਿਆ ਨਾ ਕਿ ਟੋਟਲ ਡਿਜ਼ਾਈਨ ਆਪੇ ਬਣਾਇਆ। ਸਹੀ ਨੇ। ਜਿਹੜੀ ਪੁਲੀ ਚੱਲ ਰਹੀ ਕਨਵੇਅਰ ਨੂੰ ਚਲਾ ਰਹੀ ਆ, ਇਸ ਸਾਈਡ ਤੇ ਆਓ। ਆੜੀ ਪੁਲੀ ਚੱਲ ਰਹੀ ਇੱਧਰ ਜੀ, ਇਹ ਵੀ ਆਪ ਡਿਜ਼ਾਈਨ ਕਰਵਾਈ ਆ? ਸਰ 100% ਆ ਡਿਜ਼ਾਈਨ ਆਪੇ ਹੀ ਹੈ। ਬੈਕ ਕੇ ਕਾਗਜ਼ ਦੇ ਉੱਤੇ ਪਹਿਲੇ ਡਰਾਇੰਗ ਬਣਾਈਏ ਹੱਥ ਦੇ ਪੈਨਸਲ ਦੇ ਨਾਲ, ਫਿਰ ਉਹਦੇ ਬਾਅਦ ਮਕੈਨੀਕਲ ਇੰਜੀਨੀਅਰ ਸਾਹਿਬ ਨਾਲ ਬਹਿ ਕੇ ਇਹਦਾ ਸਟਰਕਚਰ, ਲੋਡ, ਕਿਹੜੀ ਸ਼ੈ ਕਿਤਨੀ ਲੱਗਣੀ ਹੈ, ਕਿਸ ਸਪੀਡ ਦੀ ਚੱਲਣੀ ਹੈ, ਕਿਉਂਕਿ ਇਹਦੇ ਪੂਰੀ ਇਹਦਾ ਚੱਕਰ ਕਿਤਨਾ ਹੈ, ਇਹਦਾ ਚੱਕਰ ਕਿਤਨਾ ਹੈ, ਉਤਲੀ ਪੁਲੀ ਦਾ ਕਿਤਨਾ ਹੈ, ਥੱਲੀ ਪੁਲੀ ਦਾ ਕਿਤਨਾ ਹੈ, ਹਰ ਚੀਜ਼ ਇੰਟੀਗ੍ਰੇਟਿਡ ਹੈ। ਅੱਗੇ ਵੀ ਉਹਦੇ ਨਾਲ ਜੁੜੀ ਉਹ ਬਲੋਰ ਦੀ ਹੈ, ਉਹਦੇ ਕਿਤਨਾ ਚੱਕਰ ਬਣਨੇ ਨੇ, ਫਿਰ ਡਰਾਇਰ ਦੇ ਕਿਤਨੇ ਬਣਨੇ ਨੇ, ਆ ਸਾਰੀ ਕੈਲਕੂਲੇਸ਼ਨ ਉਹਨਾਂ ਨੇ ਗਾਈਡ ਕੀਤੀ, ਫਿਰ ਇਹਨੂੰ ਡਿਜ਼ਾਈਨ ਕਰਕੇ ਬਣਾਇਆ। ਅੱਛਾ ਸਰ, ਡੀਜ਼ਲ ਦਾ ਖਰਚਾ ਘੰਟੇ ਦਾ ਕਿੰਨਾ ਕੁ ਟਰੈਕਟਰ ਦਾ? ਸਰ ਤਕਰੀਬਨ ਮੈਂ ਤੁਹਾਨੂੰ ਦਿਨ ਦੀ ਐਵਰੇਜ ਦੱਸਾਂਗਾ 10 ਤੋਂ 12 ਹਜ਼ਾਰ ਰੁਪਏ। 10 ਤੋਂ 12 ਹਜ਼ਾਰ ਦਾ। ਅੱਛਾ ਸਰ, ਜਿੰਨੇ ਦਾ ਤੁਹਾਡਾ ਡੀਜ਼ਲ ਚੱਲ ਰਿਹਾ ਵਾ ਉਹਨੇ ਦੀ ਬਿਜਲੀ ਪੈਦਾ ਹੋ ਰਹੀ ਨਾਲ? ਨਹੀਂ, ਬਿਜਲੀ ਨਹੀਂ ਪੈਦਾ ਹੋ ਰਹੀ। ਬੇਸਿਕਲੀ ਆ ਸਾਡਾ ਸਟੈਂਡ ਬਾਈ ਆਪਸ਼ਨ ਹੈਗਾ। ਇਹਦੇ ਉੱਤੇ ਸਾਡਾ ਕਨਸੈਪਟ ਹੈ ਕਿ ਵਾਪਡਾ ਤੋਂ ਅਸੀਂ ਬਿਜਲੀ ਇਸਤੇਮਾਲ ਕਰ ਰਹੇ ਹਾਂ। ਆ ਜੋ ਸਿਸਟਮ ਸਾਰਾ ਚੱਲ ਰਿਹਾ ਟਰੈਕਟਰ ਦੇ ਉੱਤੇ ਚੱਲ ਰਿਹਾ। ਆ ਸਾਡੀ ਸਿਰਫ ਇੱਕ ਐਮਰਜੈਂਸੀ ਸੋਰਸ ਹੈਗਾ ਕਿ ਅਗਰ ਖੁਦਾ ਨਾ ਖਾਸਤਾ ਵਾਪਡਾ ਡਾਊਨ ਹੁੰਦੀ ਹੈ ਤੇ ਆ ਸਾਨੂੰ ਸਟੈਂਡ ਬਾਈ ਸਪੋਰਟ ਦਿੰਦੀ ਹੈ। ਇੱਕ ਦੂਸਰਾ ਕੈਪੇਬਿਲਿਟੀ ਹੈਗੀ ਹੈ ਇਹਦੇ ਅੰਦਰ ਕਿ ਅੱਜ ਪ੍ਰੋਡਿਊਸ ਕਰ ਸਕਦੀ ਹੈ, ਮਗਰ ਅਸੀਂ ਕਿਉਂਕਿ ਮਕੈਨੀਕਲ ਸਾਰਾ ਕਰਤਾ, ਪੁਲੀਆਂ ਸ਼ਾਫਟਾਂ ਤੇ ਕਰਤਾ, ਇਸ ਵਾਸਤੇ ਸਾਨੂੰ ਬਿਜਲੀ ਦੀ ਐਸਾ ਇਤਨੀ ਜ਼ਰੂਰਤ ਨਹੀਂ ਹੈਗੀ। ਇੱਧਰ ਸਰ ਚੱਲੀਏ ਥੋੜਾ ਜਿਹਾ। ਅੱਛਾ ਸਰ, ਇੱਕ ਥੋੜੀ ਜੀ ਆਪਾਂ ਗੱਲ ਕਰਦੇ ਜਾਈਏ। ਕਈ ਕਮੈਂਟਸ ਹੁੰਦੇ ਨੇ ਉਹ ਬੰਦੇ ਨੂੰ ਤਾਰ ਜਾਂਦੇ, ਕਈ ਡੋਬ ਜਾਂਦੇ ਨੇ। ਪਿਛਲੀ ਵੀਡੀਓ 'ਚ ਨਾ ਥੋੜੇ ਜਿਹੇ ਕਮੈਂਟਸ ਜ਼ਿਆਦਾ ਲੋਕਾਂ ਦੇ ਇਹ ਸੀ ਕਿ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਹਦੇ ਬਾਰੇ ਤੁਹਾਡਾ ਕੀ ਆਉਣ ਵਾਲੇ ਵਕਤ ਦੇ ਵਿੱਚ ਲਾਹੇ ਅਮਲ ਹੋਵੇਗਾ? ਮੈਂ ਉਨ ਸਾਰੇ ਭਰਾਵਾਂ ਦਾ ਇੰਤਹਾਈ ਮਸ਼ਕੂਰ ਹੈਗਾ। ਮੈਂ ਜਿਨ੍ਹਾਂ ਸਾਨੂੰ ਮਸ਼ਵਰਾ ਦਿੱਤਾ, ਜਿਨ੍ਹਾਂ ਨੇ ਕਮੈਂਟ ਦਿੱਤੇ ਕਿ ਜੀ ਸਫਾਈ ਦਾ ਬੇਸਿਕਲੀ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ, ਅੰਦਰ ਬੈਠੇ ਹੁੰਦੇ, ਤੁਹਾਨੂੰ ਉਹ ਨਜ਼ਰ ਨਹੀਂ ਹੁੰਦੀ। ਹਾਂਜੀ। ਜਿਹੜਾ ਬਾਹਰੋਂ ਬਹਿ ਕੇ ਦੇਖਦਾ ਹੈ, ਫਿਰ ਉਹਨਾਂ ਨੇ ਗਾਈਡ ਕੀਤਾ ਹੈ। ਹੁਣ ਤੁਸੀਂ ਸਾਡੇ ਆ ਸੈਟਅਪ ਦੇਖੋਗੇ, ਆ ਡੇਲੀ ਸਫਾਈ ਕਰਨੇ ਆ ਅਸੀਂ ਥੱਲੇ। ਹੁਣ ਤੁਹਾਨੂੰ ਕੋਈ ਕਚਰਾ, ਕੋਈ ਮਿੱਟੀ, ਕੋਈ ਗਾਰਾ ਨਹੀਂ ਨਜ਼ਰ ਆਏਗਾ। ਇਹਦੀ ਹੁਣ ਬੜੀ ਰੈਗੂਲਰ ਅਸੀਂ ਦਿਨ 2 ਵਾਰੀ ਹਰ ਬਰਤਨ ਦੀ ਸਫਾਈ ਕਰਨੀ ਹੈ। ਠੀਕ। ਅੱਛਾ ਸਰ, ਇਹ ਆ ਜਿਹੜਾ ਥੱਲੇ ਚੀਜ਼ ਚੱਲ ਰਹੀ ਹੈ, ਇਹਦਾ ਕੀ ਕੰਮ ਆ? ਸਰ ਬੇਸਿਕਲੀ ਮੈਂ ਥੋੜਾ ਤੁਹਾਨੂੰ ਡਿਟੇਲ ਪਿੱਛੇ ਟਰੈਕਟਰ ਲੱਗਾ ਹੋਇਆ। ਹਾਂਜੀ, ਪਿੱਛੇ ਟਰੈਕਟਰ ਹੈ। ਟਰੈਕਟਰ ਦੇ ਉੱਤੇ ਆ ਸ਼ਾਫਟ ਚੱਲ ਰਹੀ ਹੈ। ਹਾਂਜੀ। ਸ਼ਾਫਟ ਬੇਸਿਕਲੀ ਆ ਉਹ ਚੀਜ਼ ਹੈ ਜੋ ਹਰ ਚੀਜ਼ ਨੂੰ ਚਲਾ ਰਹੀ ਹੈ। ਸਹੀ। ਸ਼ਾਫਟ ਤੋਂ ਪਟਾ ਚੱਲ ਰਿਹਾ, ਉਹ ਵੇਲਣਾ ਚੱਲ ਰਿਹਾ ਜੀ। ਹਾਂਜੀ। ਵੇਲਣੇ ਤੋਂ ਅੱਗੋਂ ਫਿਰ ਇੱਕ ਪੁਲੀ ਲਾਈਏ ਥੱਲੇ ਜਿਹੜੀ ਜਾ ਰਹੀ ਹੈ, ਉਹ ਇਸ ਕਨਵੇਅਰ ਨੂੰ ਮੂਵ ਕਰ ਰਹੀ ਹੈ। ਇਸ ਕਨਵੇਅਰ ਦੇ ਬਾਅਦ ਅੱਗੋਂ ਫਿਰ ਪੁਲੀ ਲੱਗੀ ਹੋਈ ਹੈ ਜੋ ਥੱਲੇ ਆ ਬਲੋਰ ਲੱਗਾ ਹੋਇਆ, ਇਹਨੂੰ ਚਲਾ ਰਹੀ ਹੈ। ਆ ਬਲੋਰ ਸਾਹਮਣੇ ਉਹ ਚੁੰਬੇ ਜਿਹੜੇ ਲੱਗੇ ਨੇ, ਜਿਹਨੂੰ ਪੱਠੀਆਂ ਜਾਂ ਚੁੰਬੇ ਕਹੀਦਾ, ਉਹਦਾ ਜਿਹੜਾ ਵੀ ਧੂਆਂ ਹੈ ਉਹਨੂੰ ਖਿੱਚ ਕੇ ਇਸ ਪਾਸੇ ਲੈ ਕੇ ਆਉਂਦੇ ਨੇ। ਫਿਰ ਆ ਪਾਈਪ ਜਾ ਰਿਹਾ, ਇਸ ਪਾਈਪ ਤੋਂ ਆ ਸਾਰਾ ਧੂਆਂ ਅੰਦਰ ਜਾ ਰਿਹਾ, ਉੱਤੋਂ ਚੂਰਾ ਅੰਦਰ ਜਾ ਰਿਹਾ।